ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਵਿਡ-19 ਨੂੰ ਲੈ ਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੀ ਲੇਟੈਸਟ ਪੋਜੀਸ਼ਨ ਹੈ ਉਹਦੇ ਵਿੱਚ ਹੁਣ ਤੱਕ ਜਿਹੜੇ ਟੋਟਲ ਕੇਸਿਸ ਸਾਡੇ ਕੋਲ ਪੋਜ਼ਿਟਿਵ ਆਏ ਨੇ ਉਹ ਨੇ 17,167, ਜਿਸ ਦੇ ਵਿੱਚ ਇਸ ਸਮੇਂ ਜਿਹੜੇ ਐਕਟਿਵ ਮਰੀਜ਼ ਪੂਰੇ ਜ਼ਿਲ੍ਹੇ ਦੇ ਵਿੱਚ ਹੈਗੇ ਉਹ 1,039 ਨੇ ਤੇ 15,590 ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ। तो ਸਾਡੀ ਰਿਕਵਰੀ ਰੇਟ ਹੈ ਉਹ 91% ਹੈ। ਸੋ 91% ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਨੇ ਤੇ ਹੁਣ ਤੱਕ 538 ਜਿਹੜੀ ਹੈਗੀ ਆ ਜ਼ਿਲ੍ਹੇ ਦੇ ਵਿੱਚ ਮੌਤਾਂ ਹੋਈਆਂ ਨੇ। ਸਾਡੀ ਜਿਹੜੀ ਕੇਸ ਫੈਟੈਲਿਟੀ ਰੇਟ ਹੈ ਜਿਹਨੂੰ ਅਸੀਂ ਮੌਤ ਦੀ ਦਰ ਕਹਿੰਦੇ ਆ, ਜਿਹੜੀ ਕਿ ਪੋਜ਼ਿਟਿਵ ਪੇਸ਼ੈਂਟਸ ਦੇ ਉੱਤੇ ਆਉਂਦੀ ਉਹ ਤਕਰੀਬਨ 3.13% ਹੈ। ਪਰ ਜਿਹੜਾ ਪਿਛਲੇ 2 ਹਫ਼ਤੇ ਦੇ ਵਿੱਚ ਅਸੀਂ ਡੇਟਾ ਐਨਾਲਾਈਜ਼ ਕੀਤਾ ਹੈ ਕਿ ਇਹ ਜਿਹੜੀ ਰੇਟ ਹੈ ਥੋੜੀ ਇੰਕਰੀਜ਼ ਹੋਈ ਹੈ ਤੇ 4% ਦੇ ਲੱਗੇ ਹੈ। ਇਹਦੇ ਪਿੱਛੇ ਅਸੀਂ ਸਾਰੇ ਜਲੰਧਰ ਦੇ ਪ੍ਰਾਈਵੇਟ ਹਸਪੀਟਲਸ ਤੇ ਗਵਰਨਮੈਂਟ ਹਸਪੀਟਲਸ ਦੇ ਨਾਲ ਵੀ ਇੱਕ ਸੈਮੀਨਾਰ ਕੀਤਾ ਸੀਗਾ ਤੇ ਜਿਹਦੇ ਵਿੱਚ ਅਸੀਂ ਪੁੱਛਿਆ ਵੀ ਕੀ ਰੀਜ਼ਨ ਹੈ ਇਹ ਜਿਹੜਾ ਟ੍ਰੈਂਡ ਪਰਸੈਂਟੇਜ ਵਾਈਜ਼ ਅਪ ਕਿਉਂ ਜਾ ਰਿਹਾ ਹੈ। ਹਾਲਾਂਕਿ ਹੁਣ ਕੇਸਿਸ ਤਾਂ ਇਸ ਟਾਈਮ ਦੁਬਾਰਾ ਜਿਹੜੇ 300-350 ਕੇਸ ਪਹਿਲਾਂ ਵੇਵ 1 ਦੇ ਵਿੱਚ ਆ ਰਹੇ ਸੀਗੇ, ਹੁਣ ਤਕਰੀਬਨ ਉਹਦੇ 50% 150 ਦੇ ਲੱਗੇ ਡੇਲੀ ਕੇਸਿਸ ਆਉਣ ਲੱਗੇ ਤਾਂ ਅਪਸਰਜ ਆ ਰਿਹਾ ਹੈ ਹੁਣ ਦੁਬਾਰਾ। ਪਰ ਜਿਹੜੀ ਇਹ ਡੈਥ ਰੇਟ ਹੈ ਇਹ ਥੋੜਾ ਹੋਰ ਜਿਹੜਾ ਸਾਡੇ ਲਈ ਕੰਸਰਨ ਹੈ ਤੇ ਇਹਦੇ ਵਿੱਚ ਇਹ ਟ੍ਰੈਂਡ ਉਭਰ ਕੇ ਆਇਆ ਹੈ ਕਿ ਇਸ ਸਮੇਂ ਕਾਫੀ ਲੇਟ ਪੇਸ਼ੈਂਟ ਰਿਪੋਰਟ ਕਰ ਰਹੇ ਨੇ। ਇਹਦਾ ਡਾਕਟਰਸ ਨੇ ਇਹ ਦੱਸਿਆ ਸਾਨੂੰ ਵੀ ਤਕਰੀਬਨ ਸ਼ਾਇਦ ਇਹ ਸਰਦੀ ਦਾ ਮੌਸਮ ਕਰਕੇ ਜਿਹੜੇ ਆਪਾਂ ਨਾਰਮਲ ਕੋਈ ਕੋਵਿਡ ਦੇ ਸਿੰਪਟਮਸ ਹੁੰਦੇ ਨੇ ਜਿੱਦਾਂ ਕੋਈ ਫੀਵਰ, ਖਾਂਸੀ, ਜ਼ੁਕਾਮ, ਉਸ ਚੀਜ਼ ਨੂੰ ਪੇਸ਼ੈਂਟ ਸ਼ਾਇਦ ਇਹ ਸਮਝ ਰਹੇ ਨੇ ਕਿ ਇਹ ਨਾਰਮਲ ਖਾਂਸੀ ਜ਼ੁਕਾਮ ਹੋ ਰਿਹਾ ਹੈ, ਇਸ ਕਰਕੇ ਉਹ ਜਿਹੜਾ ਪਹਿਲਾ 3-4-5 ਦਿਨਾਂ ਦਾ ਗੋਲਡਨ ਪੀਰੀਅਡ ਹੈ ਉਹ ਲੂਜ਼ ਕਰ ਰਹੇ ਨੇ। ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਆਹੀ ਅਪੀਲ ਹੈ ਕਿ ਆਪਾਂ ਇਸ ਸਮੇਂ ਜੇਕਰ ਕੋਈ ਨਾਰਮਲ ਖਾਂਸੀ ਜ਼ੁਕਾਮ ਸਰਦੀ ਹੁੰਦੀ ਹੈ ਉਸ ਨੂੰ ਨਾਰਮਲੀ ਇਗਨੋਰ ਨਾ ਕਰੀਏ ਤੇ ਜ਼ਰੂਰ ਆਪਾਂ ਇਮੀਡੀਏਟ ਟੈਸਟਿੰਗ ਕਰੀਏ ਤੇ ਜਿੱਥੇ ਜਿੱਥੇ ਕੋਈ ਵੀ ਸੂਝਵਾਨ ਜਾਂ ਜੋ ਅਫੋਰਡ ਕਰ ਸਕਦੇ ਨੇ ਲੋਕੀ ਉਹ ਆਪਣੇ ਕੋਲ ਪਲਸ ਆਕਸੀਮੀਟਰ ਰੱਖ ਸਕਦੇ ਹੈ ਤੇ ਜ਼ਰੂਰ ਪਲਸ ਆਕਸੀਮੀਟਰ ਆਪਣੇ ਕੋਲ ਰੱਖ ਲਓ। ਇਸ ਸਮੇਂ ਜਿੰਨੇ ਵੀ ਪੋਜ਼ਿਟਿਵ ਪੇਸ਼ੈਂਟ ਆ ਜਾਂਦੇ ਹੈ ਉਹਨਾਂ ਨੂੰ ਪੰਜਾਬ ਸਰਕਾਰ ਪ੍ਰੋਪਰ ਇੱਕ ਹੋਮ ਆਈਸੋਲੇਸ਼ਨ ਕਿਟ ਇਮੀਡੀਏਟਲੀ ਮੁਹੱਈਆ ਕਰਾ ਰਹੀ ਹੈ ਫ੍ਰੀ ਦੇ ਵਿੱਚ, ਜਿਸ ਦੇ ਵਿੱਚ ਬੇਸਿਕ ਦਵਾਈਆਂ ਤੋਂ ਇਲਾਵਾ ਇੱਕ ਪਲਸ ਆਕਸੀਮੀਟਰ ਵੀ ਇੰਕਲੂਡਡ ਹੈ ਤਾਂ ਕਿ ਤੁਸੀਂ ਘਰ ਬੈਠੇ ਵੀ ਆਪਣਾ ਆਕਸੀਜਨ ਲੈਵਲ ਜਿਹੜਾ ਹੈਗਾ ਲਗਾਤਾਰ ਮੋਨੀਟਰ ਕਰ ਸਕਦੇ ਹੋ। ਕਿਰਪਾ ਕਰਕੇ ਇਸ ਸਮੇਂ ਜਿਹੜੇ ਇਹ ਐਕਸਟ੍ਰੀਮ ਸਿੰਪਟਮਸ ਤੁਸੀਂ ਇਗਨੋਰ ਨਾ ਕਰੋ। ਪਿੱਛੇ 3 ਦਿਨਾਂ ਪਹਿਲਾਂ ਸਾਡੇ ਗਵਰਨਮੈਂਟ EMPLOYEES ਵੀ 2 ਜਿਹੜੇ ਹੈ ਜ਼ਿਲ੍ਹਾ ਪ੍ਰੋਗਰਾਮ ਆਫਿਸਰ ਦੇ ਆਫਿਸ ਦੇ ਵਿੱਚ ਡੈਥਸ ਹੋਈ ਹੈ। ਜਦੋਂ ਅਸੀਂ ਉਹਨਾਂ ਦਾ ਵੀ ਡਾਕਟਰਸ ਨਾਲ ਬਹਿ ਕੇ ਪੁੱਛਿਆ ਵੀ ਇਹ ਸਡਨ ਡੈਥਸ ਕਿੱਦਾਂ ਹੋਈ ਹੈ ਤੇ ਸਿਰਫ ਜਦੋਂ ਉਹਨਾਂ ਨੂੰ ਐਡਮਿਟ ਕਰਾਇਆ ਗਿਆ ਜਾਂ ਪੋਜ਼ਿਟਿਵ ਰਿਪੋਰਟ ਆਈ ਉਹਦੇ 24 ਆਵਰਸ ਦੇ ਵਿੱਚ 24 ਘੰਟਿਆਂ ਦੇ ਵਿੱਚ ਦੋਨੋਂ ਡੈਥ ਸੀਗੀਆਂ ਤੇ ਪਤਾ ਚੱਲਿਆ ਕਿ ਜਿਹੜਾ ਪੇਸ਼ੈਂਟ ਜਦੋਂ ਹਸਪੀਟਲ ਰਿਪੋਰਟ ਕੀਤੇ ਉਸ ਸਮੇਂ ਉਹਨਾਂ ਦਾ ਆਕਸੀਜਨ ਸੈਚੂਰੇਸ਼ਨ ਸਿਰਫ 44% ਸੀਗਾ ਐਂਡ ਜਿਹੜੇ ਦੂਜੇ ਪੇਸ਼ੈਂਟ ਨੂੰ ਕੋਮੋਰਬਿਡਿਟੀ ਸੀਗੀ। ਸੋ ਇਸ ਟਾਈਪ ਦੇ ਕੇਸਿਸ ਦੇ ਵਿੱਚ ਆਪਾਂ ਬਿਲਕੁਲ ਬਹੁਤ ਜ਼ਿਆਦਾ ਇਹਨਾਂ ਨੂੰ ਸੀਰੀਅਸਨੈਸ ਦੇ ਨਾਲ ਲੈਣ ਦੀ ਲੋੜ ਹੈ। ਹੁਣ ਆਪਾਂ ਸਾਰੇ ਕਿਸੇ ਨਾ ਕਿਸੇ ਆਪਣੇ ਆਲੇ ਦੁਆਲੇ ਮਰੀਜ਼ਾਂ ਨੂੰ ਜਾਣਦੇ ਹਾਂ ਜਿਨ੍ਹਾਂ ਨੂੰ ਕੋਵਿਡ ਹੋਇਆ ਹੈ। ਕੋਈ ਇੱਦਾਂ ਦੀ ਗੱਲ ਨਹੀਂ ਹੈ ਵੀ ਇਹ ਕੋਈ ਰਿਊਮਰ ਹੈ ਜਾਂ ਕੁਛ ਹੋਰ ਹੈ। ਸਾਰੇ ਕਿਸੇ ਨੂੰ ਜਾਣਦੇ ਜਾਂ ਤਾਂ ਜਿਸ ਨੂੰ ਹੋਇਆ ਹੈ, ਕਈਆਂ ਨੇ ਆਪਣੇ ਨੀਅਰ ਐਂਡ ਡੀਅਰ ਵਨ ਇਸ ਦੇ ਵਿੱਚ ਖੋਏ ਵੀ ਨੇ। ਸੋ ਸਰਦੀਆਂ ਦੇ ਮੌਸਮ ਦੇ ਵਿੱਚ ਆਹੀ ਰੀਜ਼ਨ ਆ ਰਿਹਾ ਹੈ ਡੈਥ ਰੇਟ ਦੇ ਵਧਣ ਦਾ, ਕਿਉਂਕਿ ਇਸ ਦੇ ਵਿੱਚ ਇਨੀਸ਼ੀਅਲ ਸਿੰਪਟਮਸ ਆਪਾਂ ਕਾਮਨ ਕੋਲਡ ਜਾਂ ਨਾਰਮਲ ਖਾਂਸੀ ਜ਼ੁਕਾਮ ਦੇ ਹੋਣ ਕਰਕੇ ਆਪਾਂ ਇਗਨੋਰ ਕਰ ਰਹੇ ਹਾਂ। ਅੱਜ ਵੀ ਮੈਂ 3 ਵੱਡੇ ਹਸਪੀਟਲ ਜਾ ਕੇ ਆਪ ਆਇਆ। ਅੱਜ ਮੈਂ ਵਿਜ਼ਿਟ ਕੈਪੀਟਲ ਹਸਪੀਟਲ, ਸ਼੍ਰੀਮਨ ਹਸਪੀਟਲ, NHS ਹਸਪੀਟਲ ਜਲੰਧਰ ਸ਼ਹਿਰ ਦੇ ਵਿੱਚ ਵਿਜ਼ਿਟ ਕੀਤੇ। ਉੱਥੇ ਵੀ ਡਾਕਟਰਸ ਦੇ ਨਾਲ ਇੰਟਰੈਕਸ਼ਨ ਚੱਲੀ ਤੇ ਉਹਨਾਂ ਨੇ ਵੀ ਆਪ ਪੁਆਇੰਟ ਰੇਜ਼ ਕੀਤਾ ਕਿ ਇਸ ਸਮੇਂ ਜਿਹੜੇ ਮਰੀਜ਼ ਆ ਰਹੇ ਨੇ ਬਹੁਤ ਸੀਰੀਅਸ ਮਰੀਜ਼ ਆ ਰਹੇ ਨੇ ਕਿਉਂਕਿ ਸ਼ਾਇਦ ਉਹ ਨਾਰਮਲ ਖਾਂਸੀ ਜ਼ੁਕਾਮ ਦੇ ਕਰਕੇ ਉਹ ਸਿੰਪਟਮਸ ਨੂੰ ਇਗਨੋਰ ਕਰ ਰਹੇ ਹਨ। ਸੋ ਅੱਜ ਸਪੈਸ਼ਲੀ ਮੈਂ ਇਸ ਚੀਜ਼ 'ਤੇ ਫੋਕਸ ਕਰਨਾ ਚਾਹੁੰਦਾ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਬੜੇ ਹੀ ਸਾਡੇ ਫੇਮਸ ਡਾਕਟਰ ਹੈਗੇ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪੀਟਲ ਤੋਂ, ਉਹ ਆਪ ਜੀ ਦੇ ਨਾਲ ਸਾਂਝਾ ਕਰਨਗੇ ਕਿ ਇਸ ਸਮੇਂ ਜਿਹੜੇ ਕੀ ਹੈ ਹੋਰ ਕੀ ਆਪਾਂ ਰੀਜ਼ਨ ਹੈ ਜਿਸ ਦੇ ਵਿੱਚ ਮੋਰਟੈਲਿਟੀ ਵਧ ਰਹੀ ਹੈ ਤਾਂ ਆਪਾਂ ਕੀ ਸਟੈਪਸ ਚੁੱਕਦੇ ਨੇ ਜਿਸ ਦੇ ਕਰਕੇ ਆਪਾਂ ਪ੍ਰੀਕਾਸ਼ਨਸ ਹੋਰ ਵਰਤੀਏ ਤੇ ਮੋਰਟੈਲਿਟੀ ਨੂੰ ਘਟਾਈਏ। ਤੇ ਆਓ ਸੁਣਦੇ ਆਪਾਂ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪੀਟਲ ਤੋਂ। ਧੰਨਵਾਦ। ਮੈਂ ਡਾਕਟਰ ਗੁਰਬੀਰ ਸਿੰਘ ਗਿੱਲ ਆਕਸਫੋਰਡ ਹਸਪੀਟਲ ਜਲੰਧਰ ਤੋਂ DM ਕਾਰਡੀਓ, ਹਾਰਟ ਤੇ ਸ਼ੂਗਰ ਦਾ ਮਾਹਰ। ਮੈਂ ਅੱਜ ਆਪ ਜੀ ਸਾਰਿਆਂ ਦੇ ਸਾਹਮਣੇ ਇਹ ਬੇਨਤੀ ਕਰਨ ਆ ਰਿਹਾ ਹੱਥ ਜੋੜ ਕੇ ਕਿ
ਅਸੀਂ ਜਿਹੜੀ ਅੱਜ ਮਹਾਮਾਰੀ ਕਰੋਨਾ ਦੇ ਅਸੀਂ ਨਾਲ ਲੜ ਰਹੇ ਹਾਂ, ਸਾਰਾ ਮੈਡੀਕਲ ਫੈਕਲਟੀ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਡੀਸੀ ਸਾਹਿਬ, ਸਾਰੇ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਲੜ ਰਹੀ ਹੈ। ਉਹਦੇ ਵਿੱਚ ਆਪ ਸਾਰੇ ਸਾਡੇ ਜਿਹੜੇ ਜ਼ਿੰਮੇਵਾਰ ਨਾਗਰਿਕ ਹੈ, ਸਾਰਿਆਂ ਦਾ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਹੁਣ ਸਾਡੇ ਚੰਗੇ ਯਤਨਾਂ ਦੇ ਕਾਰਨ, ਡੀਸੀ ਸਾਹਿਬ ਦੇ ਤੇ ਹੋਰ ਐਡਮਿਨਿਸਟ੍ਰੇਸ਼ਨ ਦੇ ਅੱਛੇ ਯਤਨਾਂ ਦੇ ਕਾਰਨ ਕਰੋਨਾ ਅੱਗੇ ਨਾਲੋਂ ਜ਼ਰੂਰ ਘਟ ਰਿਹਾ, ਪਰ ਅਸੀਂ ਅਵੇਸਲੇ ਨਹੀਂ ਹੋਣਾ। ਅਸੀਂ ਜਿਹੜਾ ਆਪਣਾ ਸੋਸ਼ਲ ਡਿਸਟੈਂਸਿੰਗ ਹੈ ਉਹ ਮੇਨਟੇਨ ਕਰਕੇ ਰੱਖਣੀ ਹੈ। ਅਸੀਂ ਜਿਹੜੀ ਸੈਕਿੰਡ ਵੇਵ ਹੈ ਉਹ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ। ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕਈ ਕੰਟਰੀਜ਼, ਬਾਹਰਲੀਆਂ ਕੰਟਰੀਜ਼ ਦੇ ਵਿੱਚ, ਜਿੱਦਾਂ ਕਿ ਇਟਲੀ ਦੇ ਵਿੱਚ ਪਹਿਲੋਂ ਅੱਗੇ ਨਾਲੋਂ ਕੇਸ ਘਟ ਗਏ ਸੀਗੇ, ਪਰ ਹੁਣ ਦੁਬਾਰਾ ਵੱਧ ਰਹੇ ਆ। ਤਾਂ ਸੈਕਿੰਡ ਵੇਵ ਦਾ ਖਤਰਾ ਜਿਹੜਾ ਹੈਗਾ ਉਹ ਇੱਥੇ ਵੀ ਹੈਗਾ, ਤੇ ਅਸੀਂ ਉਹਨੂੰ ਬਚਾਉਣ ਦੀ ਪੂਰੀ ਉਹ ਤੋਂ ਕੋਸ਼ਿਸ਼ ਕਰਨੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਮਾਸਕ ਪਾ ਕੇ ਰੱਖੀਏ, ਅਸੀਂ ਆਪਣੇ ਜਿਹੜੇ ਹੱਥ ਸੈਨੀਟਾਈਜ਼ ਕਰੀਏ ਬਾਰ-ਬਾਰ, ਔਰ ਅਸੀਂ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹਨੂੰ ਆਪਾਂ ਮੰਨ ਕੇ ਚੱਲੀਏ। ਮੈਂ ਦੇਖ ਰਿਹਾ ਕਈ ਲੋਕੀ ਥੋੜ੍ਹੇ ਲਾਪਰਵਾਹ ਹੋ ਰਹੇ ਆ। ਅਸੀਂ ਸਾਰਿਆਂ ਨੂੰ ਦੁਬਾਰਾ ਜਾਗਰੂਕ ਕਰੀਏ। ਸਾਡਾ ਫਰਜ਼ ਬਣਦਾ ਆਪਣੇ ਘਰ ਦੇ ਵਿੱਚ ਆਪਣੇ ਵੱਡਿਆਂ ਨੂੰ, ਆਪਣੇ ਛੋਟਿਆਂ ਨੂੰ, ਸਾਰਿਆਂ ਨੂੰ ਪਿਆਰ ਨਾਲ ਸਮਝਾਈਏ ਕਿ ਸਾਨੂੰ ਸੋਸ਼ਲ ਡਿਸਟੈਂਸਿੰਗ ਦੀ, ਮਾਸਕ ਪਾਉਣ ਦੀ, ਇਹ ਸਾਰੀ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। WHO ਦਾ ਡਾਟਾ ਵੀ ਕਹਿੰਦਾ ਕਿ ਜੇ ਅਸੀਂ ਮਾਸਕ ਪਾ ਕੇ ਰੱਖਦੇ ਹਾਂ, ਜੇ ਅਸੀਂ ਸੋਸ਼ਲ ਡਿਸਟੈਂਸਿੰਗ ਪ੍ਰੈਕਟਿਸ ਕਰਦੇ ਹਾਂ, ਤਾਂ ਅਸੀਂ ਲੱਖਾਂ ਹੀ ਜਾਨਾਂ ਬਚਾ ਸਕਦੇ ਹਾਂ ਕਰੋਨਾ ਹੋਣ ਤੋਂ। ਸੋ ਆਪ ਸਾਰਿਆਂ ਦੇ ਅੱਗੇ ਮੇਰੀ ਦੁਬਾਰਾ ਇਹ ਬੇਨਤੀ ਹੈ ਕਿ ਆਪਣੇ ਮੂੰਹ 'ਤੇ ਹਮੇਸ਼ਾ ਮਾਸਕ ਪਾ ਕੇ ਰੱਖੋ, ਔਰ ਜਿੱਥੇ ਵੀ ਤੁਸੀਂ ਜਾਂਦੇ ਆ ਸੈਨੀਟਾਈਜ਼ਰ ਆਪਣੇ ਨਾਲ ਰੱਖੋ, ਆਪਣੇ ਹੱਥ ਸੈਨੀਟਾਈਜ਼ ਕਰਕੇ ਰੱਖੋ, ਸੋਸ਼ਲ ਡਿਸਟੈਂਸਿੰਗ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ। ਔਰ ਜਿਹੜੇ ਅਸੀਂ ਲੋਕਾਂ ਨੂੰ ਮਿਲਣ ਗਿਲਣ ਜਾਂਦੇ ਆ, ਅੱਜ ਦੀ ਡੇਟ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਐਂਡ ਟੈਕਨੋਲੋਜੀ ਦਾ ਫੁੱਲ ਆਪਾਂ ਯੂਟੀਲਾਈਜ਼ ਕਰੀਏ, ਤਾਂ ਕਿ ਸਾਡੇ ਜਿਹੜੇ ਕੰਮ ਹੈ ਫੋਨ 'ਤੇ ਜਾਂ ਆਪਣੇ ਵੀਡੀਓ ਕਾਲਿੰਗ 'ਤੇ ਅਸੀਂ ਕਰ ਲਈਏ। ਦੂਸਰੇ ਨਾਲ ਦੀ ਨਾਲ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ, ਅਸੀਂ ਜਿਹੜੇ ਕੋਈ ਵੀ ਗੰਦੇ ਸਰਫੇਸਿਸ ਹੈਗੇ ਆ, ਜਿਹੜੇ ਥਾਂ ਹੈਗੇ, ਉੱਥੇ ਟੱਚ ਨਾ ਕਰੀਏ, ਆਪਣੇ ਹੱਥ ਹਮੇਸ਼ਾ ਸਾਫ਼ ਰੱਖੀਏ। ਇਹ ਸਾਰੀਆਂ ਜਿਹੜੀਆਂ ਬੇਨਤੀਆਂ ਮੈਂ ਆਪ ਜੀ ਦੇ ਅੱਜ ਕਰਨ ਲਈ ਹੋਇਆ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸੈਕਿੰਡ ਵੇਵ ਹੈ ਉਹ ਤੋਂ ਵੀ ਸਾਨੂੰ, ਕਰੋਨਾ ਤੋਂ ਵੀ ਸਾਨੂੰ ਡਰਨ ਦੀ ਲੋੜ ਨਹੀਂ ਹੈ, ਸਾਨੂੰ ਸਿਰਫ ਸਾਵਧਾਨ ਹੋਣ ਦੀ ਲੋੜ ਹੈ। ਕਿਉਂਕਿ ਕਈ ਸਾਡੇ ਜਿਹੜੇ ਨਾਗਰਿਕ ਹੈ ਉਹ ਇਹ ਸੋਚ ਲੈਂਦੇ ਆ ਕਿ ਅਸੀਂ ਟੈਸਟ ਨਹੀਂ ਕਰਾਵਾਂਗੇ ਤਾਂ ਅਸੀਂ ਠੀਕ ਹੋ ਜਾਵਾਂਗੇ। ਇੱਦਾਂ ਨਹੀਂ, ਸਾਨੂੰ ਕਰੋਨਾ ਤੋਂ ਡਰਨ ਦੀ ਲੋੜ ਨਹੀਂ। ਜੇ ਸਾਨੂੰ ਕਿਤੇ ਵੀ ਲੱਗਦਾ ਕਿ ਸਾਡੇ ਕੋਈ ਲੱਛਣ ਲੱਗ ਰਹੇ ਆ, ਸਾਨੂੰ ਖੰਘ ਆ ਰਹੇ ਆ, ਸਾਨੂੰ ਬੁਖਾਰ ਆ ਰਿਹਾ, ਸਾਨੂੰ ਜ਼ੁਕਾਮ ਵਰਗੇ ਲੱਛਣ ਲੱਗ ਰਹੇ ਆ, ਫਲੂ ਵਰਗੇ ਲੱਛਣ ਲੱਗ ਰਹੇ ਆ, ਅਸੀਂ ਜ਼ਰੂਰ ਘਬਰਾਈਏ ਨਾ। ਅਸੀਂ ਲਾਗੇ ਹੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਸਾਰੇ ਜਿਹੜੇ ਚੰਗੇ ਹਸਪਤਾਲ ਹੈ ਉਹਨਾਂ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਬਹੁਤ ਹੀ ਕਿਫਾਇਤੀ ਤੋਂ ਕਿਫਾਇਤੀ ਰੇਟਸ 'ਤੇ ਸਾਡੀਆਂ ਅਵੇਲੇਬਲ ਹੈਗੀਆਂ। ਅਸੀਂ ਉਹਦਾ ਜਾ ਕੇ ਯੂਟੀਲਾਈਜ਼ ਕਰੀਏ। ਅਸੀਂ ਫਿਰ ਉਹਨੂੰ ਆਪਣੇ ਟੈਸਟ ਕਰਾ ਕੇ ਆਪਣਾ ਉਸੇ ਵੇਲੇ ਦੇਖੀਏ, ਆਪਣੀ ਦਵਾਈ ਲਈਏ। ਕਿਉਂਕਿ ਜਿਹੜਾ ਕਰੋਨਾ ਹੈ, ਆਪਾਂ ਸਾਰਿਆਂ ਨੂੰ ਹੁਣ ਪਤਾ ਹੈ ਕਿ ਜਿਹੜੀ ਸਟੇਜ 1 ਹੈ ਐਂਡ ਸਟੇਜ 2 ਹੈ ਉਹ ਅਸੀਂ ਛੇਤੀ ਤੋਂ ਛੇਤੀ ਸਿਰਫ ਦਵਾਈਆਂ ਖਾ ਕੇ ਠੀਕ ਹੋ ਸਕਦੇ ਹਾਂ। ਸਟੇਜ 3 ਤੇ ਉਹ ਤੋਂ ਅੱਗੇ ਜਾ ਕੇ ਸਾਡੇ ਲਈ ਇਹ ਜਿਹੜੀ ਬਿਮਾਰੀ ਹੈ ਜਾਨਲੇਵਾ ਹੋ ਜਾਂਦੀ ਹੈ। ਸੋ ਸਾਨੂੰ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਕਿਸੇ ਨੂੰ ਵੀ ਆਪਣੇ ਆਪ ਨੂੰ ਕਦੀ ਵੀ ਕੋਈ ਲੱਛਣ ਲੱਗਣ, ਅਸੀਂ ਛੇਤੀ ਤੋਂ ਛੇਤੀ ਲਾਗੇ ਦੇ ਕਰੋਨਾ ਸੈਂਟਰ ਦੇ ਵਿੱਚ ਜਾ ਕੇ ਅਸੀਂ ਆਪਣਾ ਟੈਸਟ ਕਰਾਈਏ, ਤੇ ਉਹ ਟੈਸਟ ਕਰਾਉਣ ਤੋਂ ਬਾਅਦ ਅਸੀਂ ਦੇਖੀਏ ਕਿ ਜੇ ਸਾਡਾ ਟੈਸਟ ਪੋਜ਼ਿਟਿਵ ਹੈ ਜਾਂ ਸਾਡਾ ਟੈਸਟ ਉਹਦੀ ਆਪਾਂ ਦਵਾਈ ਲਈਏ। ਜੇ ਨੈਗੇਟਿਵ ਵੀ ਹੈ ਤਾਂ ਵੀ ਅਸੀਂ ਅਵੇਸਲੇ ਹੋ ਕੇ ਨਹੀਂ ਘੁੰਮਣਾ, ਤਾਂ ਵੀ ਅਸੀਂ ਸੋਸ਼ਲ ਡਿਸਟੈਂਸਿੰਗ ਤੇ ਹੋਰ ਸਾਰੀਆਂ ਚੀਜ਼ਾਂ ਦਾ, ਮਾਸਕ ਦਾ, ਹਰ ਚੀਜ਼ ਦਾ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਤੇ ਲੋਕਾਂ ਨੂੰ ਵੀ ਪ੍ਰੇਰਨਾ ਦੇਣੀ ਹੈ। ਇਹ ਜਿਹੜੀ ਜ਼ਿੰਮੇਵਾਰੀ ਇਕੱਲੀ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਡਾਕਟਰਾਂ ਦੀ ਜ਼ਿੰਮੇਵਾਰੀ ਨਹੀਂ ਹੈ, ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਤਾਂ ਕਿ ਅਸੀਂ ਜਿਹੜੀ ਸਾਰੀ ਸਾਡਾ ਕੰਟਰੀ ਹੈ, ਜਿਹੜੀ ਇਹ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਉਹ ਤੋਂ ਸਾਰੇ ਆਪਾਂ ਬਚ ਸਕੀਏ। ਔਰ ਇੱਕ ਗੱਲ ਇੱਥੇ ਮੈਂ ਹੋਰ ਪੁਆਇੰਟ ਆਊਟ ਕਰਨਾ ਚਾਹੂੰਗਾ, ਜਿਹੜੇ ਲੋਕਾਂ ਨੂੰ ਟੈਸਟ ਪਹਿਲੋਂ ਪੋਜ਼ਿਟਿਵ ਆ ਚੁੱਕਾ, ਉਹ ਜਿਹੜੇ ਹੁਣ ਠੀਕ ਠਾਕ ਚੱਲ ਰਹੇ ਆ, ਉਹਨਾਂ ਨੂੰ ਵੀ ਆਪਣਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਕਈ ਵਾਰੀ ਦੇਖਿਆ ਜਾਂਦਾ ਸੈਕਿੰਡ ਟਾਈਮ ਵੀ ਇਨਫੈਕਸ਼ਨ ਹੋ ਜਾਂਦੀ ਹੈ। ਸੋ ਮੈਂ ਕਈ ਵਾਰੀ ਦੇਖਿਆ ਜਿਹੜੇ ਲੋਕੀ ਇੱਕ ਵਾਰੀ ਠੀਕ ਹੋ ਜਾਂਦੇ ਆ, ਉਹ ਬਾਅਦ 'ਚੋਂ ਪਰਵਾਹ ਕਰਨੀ ਘੱਟ ਕਰ ਦਿੰਦੇ ਆ। ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਹਮੇਸ਼ਾ ਆਪਣੀ ਸੋਸ਼ਲ ਡਿਸਟੈਂਸਿੰਗ, ਮਾਸਕ ਤੇ ਹੋਰ ਸਾਰੀਆਂ ਸੈਨੀਟਾਈਜ਼ਰ ਚੀਜ਼ਾਂ ਦਾ ਸਾਰਿਆਂ ਦਾ ਧਿਆਨ ਰੱਖੋ, ਔਰ ਆਪਣੀ ਤੰਦਰੁਸਤ ਜ਼ਿੰਦਗੀ ਰਹੋ।
ਦੇਖੋ ਕਰੋਨਾ ਤੋਂ ਜੇ ਅਸੀਂ ਬਚ ਜਾਈਏ ਤੇ ਸਾਡੇ ਲਈ ਇਹ ਤੋਂ ਵੱਡਾ ਵਰਦਾਨ ਅੱਜ ਦੀ ਡੇਟ ਦੇ ਵਿੱਚ ਕੋਈ ਨਹੀਂ ਹੋ ਸਕਦਾ। ਤੋਂ ਅਸੀਂ ਜੇ ਆਪਣੇ ਆਪ ਦੀ, ਆਪਣੇ ਪਰਿਵਾਰ ਦੀ ਤੇ ਆਪਣੇ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਦੀ, ਆਪਣੇ ਦੇਸ਼ ਦੀ ਜੇ ਤੰਦਰੁਸਤੀ ਚਾਹੁੰਦੇ ਆ ਤੇ ਸਾਨੂੰ ਸਾਰਿਆਂ ਨੂੰ ਪੂਰੀ ਹੀ ਜ਼ੋਰ ਸ਼ੋਰ ਦੇ ਨਾਲ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਏਗਾ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪਏਗੀ, ਆਪਣੇ ਹੱਥ, ਆਪਣੇ ਆਲਾ ਦੁਆਲਾ ਹਰ ਚੀਜ਼ ਆਪਣੀ ਜਿਹੜੀ ਸਾਫ਼ ਰੱਖਣੀ ਪਏਗੀ ਤੇ ਨਾਲ ਹੀ ਨਾਲ ਸਾਨੂੰ ਇੱਕ ਦੂਜੇ ਨੂੰ ਪ੍ਰੇਰਣਾ ਵੀ ਦੇਣੀ ਪਏਗੀ ਕਿ ਭਾਈ ਤੁਸੀਂ ਆਪਣੇ ਮੂੰਹ ਤੇ ਮਾਸਕ ਬੰਨ੍ਹ ਕੇ ਸਾਰੀ ਚੀਜ਼ਾਂ ਕਰਕੇ ਤੁਸੀਂ ਆਪਣਾ ਧਿਆਨ ਰੱਖੋ ਔਰ ਤਾਂ ਕਿ ਜਿਹੜੀ ਬਿਮਾਰੀ ਹੈ ਇਹਨੂੰ ਫੈਲਣ ਤੋਂ ਰੋਕਿਆ ਜਾ ਸਕੇ ਤੇ ਅਸੀਂ ਲੱਖਾਂ ਹੀ ਹੋਰ ਜਾਨਾਂ ਐਂਡ ਜਿਹੜੀ ਸੈਕੰਡ ਵੇਵ ਹੈ ਉਹ ਤੋਂ ਅਸੀਂ ਇਹ ਬਚ ਸਕੀਏ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ, ਖਾਸ ਕਰਕੇ ਸਾਡੇ ਬਹੁਤ ਹੀ ਜਿਹੜੇ ਉਦਮੀ ਤੇ ਕਰਮ ਕਰਨ ਵਾਲੇ ਜਿਹੜੇ ਡੀਸੀ ਸਾਹਿਬ ਹੈ ਉਹਨਾਂ ਦਾ ਤੇ ਨਾਲ ਉਹਨਾਂ ਦੀ ਸਾਰੀ ਟੀਮ ਦਾ ਤੇ ਸਾਰੇ ਜਿਹੜੇ ਡਾਕਟਰਸ ਹੈ ਔਰ ਜਿਹੜੇ ਸਾਡੇ ਸਾਰੇ ਹਸਪੀਟਲ ਹੈ ਐਂਡ ਸਾਰੇ ਸਟਾਫ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਆਪਣੀ ਸਿਹਤ ਦਾ ਜਿਹੜਾ ਹੈਗਾ ਪਰਵਾਹ ਕੀਤੇ ਬਗੈਰ ਵੀ ਇਹ ਸਾਰੇ ਕੰਮ ਨੇ ਨੂੰ ਜ਼ੋਰ ਸ਼ੋਰ ਨਾਲ ਚਲਾ ਰਹੇ ਆ ਔਰ ਉਹਨਾਂ ਦੇ ਜਿਹੜੇ ਜ਼ੋਰ ਸ਼ੋਰ ਦੇ ਸਦਕਾ ਅਸੀਂ ਅੱਜ ਘੱਟ ਕੇਸ ਵਾਲੀ ਗਿਣਤੀ ਵੱਲ ਤੁਰੇ ਹੋਏ ਆ। ਐਂਡ ਹੁਣ ਜਿਹੜਾ ਆਪਣੇ ਸਿਰ ਤੇ ਦੁਬਾਰਾ ਜ਼ੋਰ ਪਿਆ ਸੈਕੰਡ ਵੇਵ ਦਾ, ਉਹਨੂੰ ਅਸੀਂ ਹੁਣ ਪੂਰਾ ਜ਼ੋਰ ਸ਼ੋਰ ਦੇ ਨਾਲ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ 'ਚ ਰੱਖਦੇ ਹੋਏ ਉਹ ਤੋਂ ਵੀ ਆਪਾਂ ਜ਼ਰੂਰ ਜਿੱਤਾਂਗੇ। ਇੰਨੀਆਂ ਗੱਲਾਂ ਕਹਿੰਦਾ ਹੋਇਆ ਆਪ ਸਭ ਤੋਂ ਖਿਮਾ ਮੰਗਦਾ। ਥੈਂਕ ਯੂ।